ਮੰਤਰੀ ਹੋ ਤੁਸੀਂ 2017 'ਚ ਤਾਂ ਸੀਐਮ ਨਹੀਂ ਸੀ, ਉਦੋਂ ਤਾਂ ਦਾਹ ਝੂਠ ਬੋਲੀ ਗਏ। ਹੁਣ ਤਾਂ ਤੁਸੀਂ ਕਮ ਸੇ ਕਮ ਮੁੱਖ ਮੰਤਰੀ ਦੀ ਚੇਅਰ ਦੀ ਗਰਿਮਾ ਨੂੰ ਬਰਕਰਾਰ ਰੱਖ ਲਓ। ਇਹ ਉਹਨਾਂ ਸਾਥੀਆਂ ਦਾ ਪ੍ਰੋਗਰਾਮ ਜਿਨ੍ਹਾਂ ਨੇ ਸਾਈਕਲ ਯਾਤਰਾ 5 ਦਿਨ 300 ਕਿਲੋਮੀਟਰ ਅੱਤ ਦੀ ਗਰਮੀ ਔਰ ਸੜਕਾਂ ਦੇ ਉੱਤੇ ਤੰਬੂਆਂ ਦੇ ਵਿੱਚ ਸੌਣਾ, ਮਕਸਦ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਇੱਕ ਅਤਿਅੰਤ ਗੰਭੀਰ ਮੁੱਦੇ ਦੇ ਉੱਤੇ ਕੇਂਦਰਿਤ ਕਰਨਾ। ਐਂਡ ਸਫਲਤਾ ਅਸੀਂ ਜਾਗਰੂਕਤਾ ਦੇ ਵਿੱਚ, ਕਿਉਂਕਿ ਜਦੋਂ ਲੋਕ ਇਨਸਾਫ ਪਾਰਟੀ ਨੇ ਜਲਿਆਂਵਾਲਾ ਬਾਗ ਤੋਂ ਸੀਐਮ ਰੈਜ਼ੀਡੈਂਸ ਤੱਕ ਰੋਸ ਸਾਈਕਲ ਯਾਤਰਾ ਦੀ ਸ਼ੁਰੂਆਤ ਕੀਤੀ, ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਸੀ ਵੀ ਇਹ ਖੇਤੀ ਸੁਧਾਰ ਆਰਡੀਨੈਂਸ ਹੈ ਕੀ ਆ। ਉਸ ਤੋਂ ਬਾਅਦ ਦੇ ਵਿੱਚ ਐਸਾ ਜਾਗਰੂਕਤਾ ਦਾ ਅਭਿਆਨ ਆੜ੍ਹਤੀਆ, ਕਿਸਾਨ, ਮੰਡੀ ਮਜ਼ਦੂਰ, ਦਲਿਤ ਖੇਤ ਮਜ਼ਦੂਰ, ਸਾਰੀਆਂ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਖੜੀਆਂ ਹੋਈਆਂ ਅਤੇ ਸਰਕਾਰ ਨੂੰ ਮਜਬੂਰੀ ਬਸ ਦੇਰ ਆਏ ਦਰੁਸਤ ਆਏ, ਸਵੇਰ ਨੂੰ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜਾਵੇ। ਗਵਰਨਮੈਂਟ ਨੂੰ ਖੇਤੀ ਸੁਧਾਰ ਆਰਡੀਨੈਂਸਾਂ ਦੇ ਬਰਖਲਾਫ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਰੱਦ ਕਰਨ ਸੰਬੰਧੀ ਪ੍ਰਸਤਾਵ ਲਿਆਉਣਾ ਪਿਆ। ਸੋ ਮੈਂ ਇਹਨਾਂ ਦੋਸਤਾਂ ਦਾ ਰਿਣੀ ਆ, ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ 5 ਦਿਨ ਆਪਣਾ ਘਰ-ਬਾਰ ਛੱਡਿਆ, ਸੜਕਾਂ ਦੇ ਕਿਨਾਰੇ ਉੱਤੇ ਤਪਦੀ ਗਰਮੀ ਦੇ ਵਿੱਚ ਰਾਤਾਂ ਕੱਟੀਆਂ ਅਤੇ ਅੱਜ ਸਾਈਕਲ ਯਾਤਰਾ ਰੋਸ ਵਜੋਂ ਜਿਹੜੀ ਅਸੀਂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਸੀ, ਉਹਨੂੰ ਇੱਕ ਸਫਲਤਾ ਦੇ ਮੁਕਾਮ ਦੇ ਉੱਤੇ ਉਹਨੂੰ ਸਫਲਤਾ ਮਿਲੀ ਆ। ਐਂਡ ਸੈਕੰਡਲੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਫॉर SC, ਉਹਦੇ 'ਚ ਬਹੁਤ ਵੱਡੀ ਪੱਧਰ ਦੇ ਉੱਤੇ ਬਹੁਤ ਕਰੋੜੀ ਘਪਲਾ ਲੋਕ ਇਨਸਾਫ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੇ 1 ਘੰਟੇ ਦੇ ਸੈਸ਼ਨ ਵਿੱਚ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਵੈਲ ਦੇ ਵਿੱਚ ਜਾ ਕੇ ਧਰਨਾ ਲਾਇਆ ਕਿ ਇਹ ਕੇਂਦਰੀ ਫੰਡਾਂ ਦੇ ਵਿੱਚ ਦਲਿਤ ਵਿਦਿਆਰਥੀਆਂ ਦਾ ਭਵਿੱਖ ਨਿਗਲਣ ਵਾਲਾ ਸਕੈਮ ਅਸੀਂ ਨਹੀਂ ਕੱਢਿਆ, ਅਸੀਂ ਆਪੋਜੀਸ਼ਨ ਵਾਲਿਆਂ ਨੇ ਨਹੀਂ ਕੱਢਿਆ। ਸਰਕਾਰ ਦਾ ਇੱਕ ਸੀਨੀਅਰ IAS ਅਫਸਰ ਆਪਣੀ ਸੈਂਕੜੇ ਪੇਜ ਦੀ ਰਿਪੋਰਟ, ਉਹ ਰਿਪੋਰਟ ਮੇਰੇ ਕੋਲ ਅੱਜ ਵੀ ਮੌਜੂਦ ਹੈ, ਮੈਂ ਵਿਧਾਨ ਸਭਾ 'ਚ ਮੁੱਖ ਮੰਤਰੀ ਜੀ ਨੂੰ ਵੀ ਦਿਖਾਈ। ਉਹ ਆਪਣੀ ਰਿਪੋਰਟ ਦੇ ਵਿੱਚ ਗਵਰਨਮੈਂਟ ਨੂੰ ਕਹਿ ਰਿਹਾ ਵੀ ਇਹ ਧਰਮਸੋਤ ਮਿਨਿਸਟਰ ਬਹੁਤ ਕਰੋੜੀ ਸਕੈਮ ਕਰ ਗਿਆ। ਅਫਸੋਸ ਹੈ ਕਿ ਸਰਕਾਰ ਨੇ ਹਜੇ ਤੱਕ ਮੰਤਰੀ ਬਰਖਾਸਤ ਨਹੀਂ ਕੀਤਾ। ਅਫਸੋਸ ਹੈ ਕਿ ਕੇਂਦਰੀ ਫੰਡਾਂ ਦਾ ਘਪਲਾ ਤੇ CBI ਨੂੰ ਜਾਂਚ ਨਹੀਂ ਦਿੱਤੀ। ਸੋ ਇਸ ਕਰਕੇ ਅਸੀਂ ਵਿਧਾਨ ਸਭਾ ਦੇ ਅੰਦਰ ਪ੍ਰੋਟੈਸਟ ਕੀਤਾ। ਉਸ ਤੋਂ ਬਾਅਦ 'ਚ ਸਾਡੇ SC ਵਿੰਗ ਮਨਵਿੰਦਰ ਗਿਆਸਪੁਰਾ ਜੀ, ਜਰਨੈਲ ਨੰਗਲ ਜੀ ਕੱਲ੍ਹ ਧਰਮਸੋਤ ਸਾਹਿਬ ਦੀ ਕੋਠੀ ਦੇ ਬਾਹਰ ਸਾਡਾ ਦਲਿਤ ਜਿਹੜਾ ਭਾਈਚਾਰਾ ਉਹਨੂੰ ਨਾਲ ਲੈ ਕੇ ਨੰਗੇ ਧੜ ਪ੍ਰਦਰਸ਼ਨ ਕਰਕੇ ਆਇਆ ਕਿ ਸਾਡੇ ਕੋਲ ਹੁਣ ਕੁੜਤਾ ਪਜਾਮਾ ਹੀ ਬਚਦਾ, ਇਹ ਵੀ ਲਾ ਕੇ ਤੈਨੂੰ ਅਸੀਂ ਦੇ ਜਾਂਦੇ ਹਾਂ। ਡੈਮੋਕ੍ਰੈਟਿਕ ਵੇ ਦੇ ਨਾਲ ਅੱਜ ਦਾ ਪ੍ਰੋਗਰਾਮ ਹੈਗਾ ਸਾਡਾ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਸਾਰੇ ਪੰਜਾਬ ਦੇ DCਆਂ ਨੂੰ ਮੁੱਖ ਮੰਤਰੀ ਜੀ ਦੇ ਨਾਮ ਤੇ ਇੱਕ ਮੰਗ ਪੱਤਰ ਕਿ ਧਰਮਸੋਤ ਨੂੰ ਡਿਸਮਿਸ ਕਰਕੇ CBI ਜਾਂਚ ਕਰਾਓ। ਐਂਡ ਜੇ CM ਸਾਹਿਬ ਨਾ ਮੰਨੇ ਫਿਰ 7 ਤਰੀਕ ਸੋਮਵਾਰ ਨੂੰ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕੀਤਾ ਜਾਏਗਾ। ਸਰ, ਇੱਕ ਕਰੋਨਾ ਵਾਇਰਸ ਬਿਮਾਰੀ ਜਿਸ ਨੂੰ ਕਿ ਪੰਜਾਬ ਦੇ ਵਿੱਚ ਇੱਕ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਇਹ ਹਊਆ ਦੋਸਤ ਇਕੱਲਾ ਪੰਜਾਬ 'ਚ ਨਹੀਂ ਗਾ, ਇਹ ਹਊਆ ਇਕੱਲਾ ਦੇਸ਼ 'ਚ ਨਹੀਂ, ਇਹ ਪੂਰੀ ਦੁਨੀਆ ਦੇ ਵਿੱਚ ਜਿਹੜੇ ਸੱਤਾਧਾਰੀ ਲੋਕ ਆ ਨਾ, ਜਿਹੜੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਆ, ਉਹ ਕਰੋਨਾ ਦਾ ਰਾਜਨੀਤਿਕ ਭੂਤ ਛੱਡ ਕੇ ਇੱਕ ਨਵੀਂ ਸਰਕਾਰ ਹੋਰ ਕੱਢਣ ਦੇ ਯਤਨਾਂ 'ਚ ਆ। ਮੈਨੂੰ ਵਿਧਾਨ ਸਭਾ 'ਚ ਸਪੀਕਰ ਸਾਹਿਬ ਕਹਿੰਦੇ ਮਾਸਕ ਨਹੀਂ ਪਾਇਆ। ਮੈਂ ਸਪੀਕਰ ਸਾਹਿਬ, ਇਹ ਤੁਹਾਡਾ ਜਿਹੜਾ ਮਾਸਕ ਦਾ ਹੋਊਗਾ, ਮੈਨੂੰ ਪਤਾ ਮੈਂ ਆਪਣੀ ਸਿਹਤ ਕਿਵੇਂ ਠੀਕ ਰੱਖਣੀ ਆ, ਮੈਨੂੰ ਜਾਣਕਾਰੀ ਆ। ਸਾਰੀ ਲੋਕਾਂ ਨੇ ਕਰੋਨਾ ਨੂੰ ਹਰਾਉਣ ਵਾਸਤੇ ਆਪਣਾ ਲਾਈਫ ਸਟਾਈਲ ਚੇਂਜ ਕਰ ਲਿਆ ਹੋਇਆ। ਇਹ ਤੁਹਾਡਾ ਜਿਹੜਾ ਮਾਸਕ ਦਾ ਹੋਊਗਾ, ਇਹ ਜਿੰਨੇ ਦਿਨ ਆ ਪੁਲਿਸੀਏ ਤੁਸੀਂ ਚੌਂਕਾਂ 'ਚ ਡਾਂਗ ਫੜਾ ਕੇ ਖੜੇ ਕੀਤੇ ਨਾ ਵੀ 500 ਰੁਪਈਆ ਲੈ ਲਓ ਜਿਹਦੇ ਮਾਸਕ ਨਹੀਂ ਪਾਇਆ, ਇਹ ਉਨੇ ਦਿਨ ਤੱਕ ਹੀ ਹੈ। ਤੁਸੀਂ ਕਹੋ ਵੀ ਕੋਈ ਚਲਾਨ ਨਹੀਂ ਹੋਣਾ, ਜੇ ਕੋਈ ਮਾਸਕ ਪਾ ਗਿਆ ਮੈਨੂੰ ਫੜ ਲਓ, ਕਿਉਂਕਿ ਕਰੋਨਾ ਦਾ ਸਾਈਜ਼ ਇੰਨਾ ਛੋਟਾ ਹੈਗਾ। ਉਹ ਜਿਹੜਾ ਤੁਸੀਂ ਕੋਈ ਮਾਸਕ ਪਾਇਆ ਉਹਦੇ 'ਚੋਂ ਵੀ ਐਂਟਰ ਕਰਦਾ। ਇਹ ਸਿਰਫ ਇੱਕ ਡਰਾਮੇਬਾਜ਼ੀ, ਨੋਟੰਕੀ, ਜਿਵੇਂ ਮਦਾਰੀ ਕੋਈ ਤਮਾਸ਼ਾ ਦਿਖਾਉਂਦਾ ਕਹਿੰਦਾ ਚੱਲ ਜਮੂਰੇ ਅੰਦਰ। ਅੱਜ ਸਰਕਾਰ ਮਦਾਰੀ ਬਣੀ ਹੋਈ ਆ। ਪਹਿਲਾਂ ਮਿਸ਼ਨ ਫਤਿਹ ਦੇ ਬੋਰਡ ਲਾ ਕੇ ਹਟੀ ਆ, ਚੰਦ ਦਿਨ ਬਾਅਦ ਫਿਰ ਕਰਫਿਊ ਆ ਗਿਆ, ਲਾਕਡਾਊਨ ਆ ਗਿਆ, ਆਡ ਐਂਡ ਈਵਨ। ਇਹਨਾਂ 6 ਮਹੀਨਿਆਂ 'ਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਵਾਨੀ ਦੀ ਮਾਤੜ ਦੀ ਮਦਦ ਕੀਤੀ ਹੋਵੇ, ਕੋਈ ਸਕੂਲ ਦੀਆਂ ਫੀਸਾਂ ਦਿੱਤੀਆਂ ਹੁਣ ਗਰੀਬ ਦੇ ਬੱਚੇ ਦੀਆਂ, ਕੋਈ ਬਿਜਲੀ ਦਾ ਬਿੱਲ, ਕਿਸੇ ਕਿਰਾਏਦਾਰ ਦਾ ਕਿਰਾਇਆ, ਉਹ ਤੁਸੀਂ ਰੁਪਈਆ ਦਿੱਤਾ ਨਹੀਂ ਗਾ, ਨਵਾਂ ਪੈਸਾ ਤੁਸੀਂ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ। ਪ੍ਰਵਚਨ ਤੁਹਾਡੇ ਕੋਲ ਰੋਜ਼ ਜਮਰਾਜ ਬਣ ਕੇ ਵੀ ਫਲਾਨੀ ਤਰੀਕ ਨੂੰ ਇੰਨੇ ਮਰ ਜਾਣੇ ਆ, ਫਲਾਨੀ ਤਰੀਕ ਨੂੰ ਇੰਨੇ ਮਰ ਜਾਣੇ ਆ। ਸੋ ਅਫਸੋਸ ਆ ਕਿ ਅੱਜ ਕਰੋਨਾ ਦਾ ਰਾਜਨੀਤਿਕ ਭੂਤ ਖੜਾ ਕਰਕੇ ਲੋਕਾਂ ਨੂੰ ਡਰਾਇਆ ਜਾ ਰਿਹਾ। ਸਰ, ਇੱਕ ਪਿਛਲੇ ਦਿਨ ਇੱਕ ਕਬੱਡੀ ਖਿਡਾਰੀ ਦੀ ਮੌਤ ਹੋਈ, ਜਿਹਦੇ ਵਿੱਚ ਕੁਝ ਪੁਲਿਸ ਮੁਲਾਜ਼ਮਾਂ ਦਾ ਨਾਂ ਲਿਆ ਜਾ ਰਿਹਾ ਹੈ, ਤੇ ਇੱਕ ਪੁਲਿਸ ਮੁਲਾਜ਼ਮ CM ਸਾਹਿਬ ਦੀ ਸੁਰੱਖਿਆ ਦੇ ਵਿੱਚ ਤਾਇਨਾਤ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ
ਅੰਦਾਜ਼ਾ ਲਾ ਸਕਦੇ ਹੋ ਕਿ ਉਹ ਫੋਰਸ ਜਿਹੜੀ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਆ, ਅੱਜ ਇਸ ਖਾਕੀ ਦੇ ਵਿੱਚ ਵੱਡੀ ਪੱਧਰ ਤੇ ਕਾਲੀਆਂ ਭੇਡਾਂ ਵੜ ਗਈਆਂ, ਕ੍ਰਿਮੀਨਲ ਲੋਕ ਵੜ ਗਏ, ਕ੍ਰਿਮੀਨਲ ਮਾਨਸਿਕਤਾ ਦੇ ਲੋਕ ਪੁਲਿਸ ਦੀ ਵਰਦੀ ਦੇ ਵਿੱਚ ਹੈਗੇ ਆ। ਐਂਡ ਉਹ ਬੰਦਾ ਜਿਹੜਾ ਇੱਕ ਮਰਡਰ ਕਰ ਸਕਦਾ ਤੇ ਉਹਦੀ ਡਿਊਟੀ ਕਿੱਥੇ ਲੱਗੀ ਆ? ਸਭ ਤੋਂ ਵੱਡੀ ਗੱਲ ਇਹ ਆ, ਉਹ ਮੁੱਖ ਮੰਤਰੀ ਦੀ ਸੁਰੱਖਿਆ ਦੇ ਵਿੱਚ ਤੈਨਾਤ ਹੈਗਾ। ਮਤਲਬ ਕਿ ਇੱਕ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ, ਕ੍ਰਿਮੀਨਲ ਪ੍ਰਵਿਰਤੀ ਦਾ ਆਦਮੀ ਜਿਹੜਾ ਪੁਲਿਸ ਫੋਰਸ ਦੇ ਵਿੱਚ ਆ, ਉਹ ਸੀਐਮ ਦੀ ਸਿਕਿਉਰਿਟੀ ਦੇ ਵਿੱਚ ਉੱਥੇ ਵੀ ਕੋਈ ਕਾਰਾ ਕਰ ਸਕਦਾ। ਸੋ ਪੰਜਾਬ ਪੁਲਿਸ ਬੇਲਗਾਮ ਹੋਈ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੋਮ ਮਿਨਿਸਟਰ ਵੀ ਆ, ਗ੍ਰਹਿ ਵਜ਼ਾਰਤ ਵੀ ਉਹਨਾਂ ਦੇ ਕੋਲੇ ਆ, ਉਹਨਾਂ ਕੋਲੇ ਟਾਈਮ ਹੈ ਨਹੀਂ। ਉਹ ਪਹਿਲਾਂ ਤਾਂ ਸੈਲਫ ਕੁਆਰੰਟਾਈਨ ਸੀਗੇ, ਪੁਲਿਸ ਦੀਆਂ ਬਾਗਾਂ ਖੁੱਲੀਆਂ, ਅਫਸਰਸ਼ਾਹੀ ਦੀਆਂ ਖੁੱਲੀਆਂ, ਹੁਣ ਉਹ ਜੀਰੇ ਵਾਲਾ ਰੌਲਾ ਪੈ ਕੇ 7 ਦਿਨ ਲਈ ਅਫੀਸ਼ੀਅਲ ਹੋ ਗਏ। ਸੀਐਮ ਸਾਹਿਬ ਨੇ ਜੇ ਰਿਜ਼ਾਈਨ ਨਹੀਂ ਕਰਨਾ, ਘੱਟੋ ਘੱਟ ਗ੍ਰਹਿ ਵਜ਼ਾਰਤ ਕਿਸੇ ਸਾਥੀ ਮੰਤਰੀ ਨੂੰ ਦੇ ਦੇਣ, ਤਾਂ ਜੋ ਜਿਹੜਾ ਪੰਜਾਬ ਪੁਲਿਸ ਦੇ ਅੰਦਰ ਕਾਲੀਆਂ ਭੇਡਾਂ ਬਣ ਕੇ ਲੋਕਾਂ ਨੂੰ ਜ਼ਬਰ ਤੇ ਜ਼ੁਲਮ ਔਰ ਲੁੱਟਿਆ ਜਾ ਰਿਹਾ, ਘੱਟੋ ਘੱਟ ਬੰਦ ਹੋ ਸਕੇ। ਸਰ, ਕਿੱਥੇ ਪਿਛਲੇ ਦਿਨੀ ਵਾਰਦਾਤ ਹੋਈ ਪਿੰਡ ਚੜਕ ਦੇ ਵਿੱਚ, ਇੱਕ ਨੌਜਵਾਨ ਨੂੰ ਡੀਜੇ ਤੇ ਗਏ ਨੂੰ, ਗਰੀਬ ਬੰਦੇ ਨੂੰ ਕੁੱਟ ਕੇ ਉਹਦੇ ਉੱਤੇ ਚੋਰੀ ਦਾ ਦੋਸ਼ ਲਾ ਕੇ ਉਸ ਨੂੰ ਥਾਣੇ ਬੰਦ ਕੀਤਾ ਗਿਆ। ਉਸਦੇ ਗੁਪਤੰਗਾਂ ਦੇ ਵਿੱਚ ਮਿਰਚਾਂ ਪਾਈਆਂ ਗਈਆਂ ਪੁਲਿਸ ਵੱਲੋਂ। ਇਹ KPS ਸਰ ਕੋਈ ਸੁਣਵਾਈ ਨਹੀਂ ਕੀਤੀ ਗਈ ਤੇ ਉਹ ਸਰਪੰਚ ਜਿਸ ਤੇ ਕਿ ਕਾਂਗਰਸ ਪੱਖੀ ਹੋਣ ਦਾ ਦੋਸ਼ ਲਾਇਆ ਜਾ ਰਿਹਾ। ਇਹ ਉਹ ਦਿਨ ਯਾਦ ਕਰਾਉਂਦੇ ਆ ਜਿਹੜੇ ਪੰਜਾਬੀਆਂ ਨੇ ਆਪਣੇ ਤਨ ਤੇ ਹੰਢਾਏ ਆ। ਇਕੱਲੇ ਸਿੱਖਾਂ ਨੇ ਨਹੀਂ, ਪੂਰੇ ਪੰਜਾਬੀਆਂ ਨੇ, ਚਾਹੇ ਉਹ ਹਿੰਦੂ ਆ, ਉਹ ਮੁਸਲਿਮ ਆ, ਸਿੱਖ ਆ, ਅਸੀਂ ਕਾਲਾ ਦੌਰ ਸਾਰਿਆਂ ਨੇ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਢਾਇਆ। ਇਹ ਦੌਰ ਦੇ ਵਿੱਚ ਇਹ ਪੁਲਿਸੀਏ ਕਰਤੂਤਾਂ ਕਰਦੇ ਸੀ, ਫਿਰ ਉਹਨਾਂ ਕਰਤੂਤਾਂ ਤੇ ਆ ਗਏ। ਮੈਂ ਪਹਿਲਾਂ ਕਹਿ ਕੇ ਹਟਿਆ ਕਿ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਲੀ ਏਜੰਸੀ ਇਸ ਕਦਰ ਗਿਰ ਚੁੱਕੀ ਆ, ਇਸ ਕਦਰ ਉਹਦੀ ਮਾਨਸਿਕਤਾ ਮਾੜੀ ਹੋ ਚੁੱਕੀ ਆ, ਇਸ ਕਦਰ ਉਹ ਕ੍ਰਿਮੀਨਲ ਪ੍ਰਵਿਰਤੀਆਂ ਦੇ ਵਿੱਚ ਵਿਸ਼ਵਾਸ ਰੱਖਦੀ ਹੈ। ਤੁਸੀਂ ਅਣਮਨੁੱਖੀ ਤਸੀਹੇ, ਮੇਰਾ ਨਹੀਂ ਖਿਆਲ ਤੁਹਾਡੇ ਮੀਡੀਆ ਦੇ ਇਹ ਕੇਸ ਉਜਾਗਰ ਕਰਨ ਤੋਂ ਬਾਅਦ ਵੀ ਕਿਸੇ ਦੋਸ਼ੀ ਪੁਲਿਸ ਅਧਿਕਾਰੀ ਮੁਲਾਜ਼ਮ ਦੇ ਵਿਰੁੱਧ ਕੋਈ ਕਾਰਵਾਈ ਹੋਈ ਹੋਵੇ, ਕਿਉਂਕਿ ਕੈਪਟਨ ਸਾਹਿਬ ਦੇ ਕੋਲੇ ਨਹੀਂ ਸਮਾਂ ਹੈਗਾ। ਕੈਪਟਨ ਸਾਹਿਬ ਵਿਦੇਸ਼ੀ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਕਰਨ ਦੇ ਵਿੱਚ ਮਸ਼ਰੂਫ ਹੈਗੇ ਆ। ਲਾਕਡਾਊਨ, ਕਰਫਿਊ, ਲੋਕਾਂ ਨੂੰ ਡੰਡੇ ਮਾਰ ਕੇ ਘਰਾਂ 'ਚ ਵਾੜ ਦਿਓ ਤੇ ਆਪ ਮੌਜ ਨਾਲ ਪਾਰਟੀਆਂ ਕਰੋ। ਸੋ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ। ਬੈਂਸ ਸਾਹਿਬ 144 ਧਾਰਾ ਲੱਗੀ ਹੋਈ ਹੈ ਪੰਜਾਬ ਜੀ, ਆਲ ਓਵਰ ਸਾਰੇ ਰੋਸ ਪ੍ਰਦਰਸ਼ਨ ਸਿਸਟਮ ਸਾਰਾ ਬੰਦ ਕਰ ਦਿੱਤਾ। ਇਹ ਕੰਮ ਕਿਵੇਂ ਚੱਲੂਗਾ? ਇਹ ਬੜਾ ਅਹਿਮ ਲੁਧਿਆਣੇ ਦੇ ਵਪਾਰੀਆਂ ਨੇ ਇੱਕ ਫੈਸਲਾ ਲੈ ਲਿਆ, ਆਡ ਐਂਡ ਈਵਨ, ਸ਼ਾਇਦ ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਵੇ। ਉਹ ਕਹਿੰਦੇ ਨਹੀਂ ਮੰਨਣਾ ਅਸੀਂ। ਨਹੀਂ ਮੰਨਣਾ। ਜਦੋਂ ਵਪਾਰੀ ਦੋ ਸੜਕਾਂ ਤੇ ਆ ਜਾਵੇ, ਵਪਾਰੀ ਕਦੇ ਅੰਦੋਲਨ ਨਹੀਂ ਕਰਦਾ। ਵਪਾਰੀ ਦਾ ਇੱਕ ਮਾਨਸਿਕਤਾ ਹੁੰਦੀ ਆ ਵੀ ਮੈਂ ਪੀਸਫੁਲੀ ਆਪਣਾ ਕਾਰੋਬਾਰ ਤੇ ਵਪਾਰ ਚੱਲਵਾ। ਅੱਜ ਵਪਾਰੀ ਨੂੰ ਇਸ ਕਦਰ ਨਪੀੜਿਆ ਜਾ ਰਿਹਾ। ਆਡ ਐਂਡ ਈਵਨ 2 ਦਿਨ ਦਾ ਲਾਕਡਾਊਨ ਕੱਢ ਦਿਓ, 5 ਦਿਨ ਬਚੇ। 5 ਦਿਨ ਦੇ ਵਿੱਚੋਂ ਜਿਸ ਤੇ ਢੰਗ ਆਡ ਐਂਡ ਈਵਨ 2 ਦਿਨ। ਹੁਣ ਜਿਹੜੇ ਦੁਕਾਨਦਾਰ ਦੀ ਦੁਕਾਨ 2 ਦਿਨ ਖੁੱਲੂਗੀ, ਕੀ ਉਹ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ, ਦੁਕਾਨ ਦਾ ਕਿਰਾਇਆ ਤੇ ਬਿਜਲੀ ਦਾ ਬਿੱਲ, ਉਹ ਕਹਿੰਦੇ ਸਾਨੂੰ ਸਾਡੇ ਰਹਿਮੋ ਕਰਮ ਤੇ ਛੱਡ ਦਿਓ, ਅਸੀਂ ਭੁੱਖਮਰੀ ਨਾਲ ਤਾਂ ਕਰੋਨਾ ਨਾਲ ਮਰ ਜਾਈਏ ਤਾਂ ਚੰਗੀ ਗੱਲ ਹੈ। ਹੁਣ ਵਪਾਰੀ ਇਹ ਗੱਲਾਂ ਰੋਜ਼ ਸੜਕਾਂ ਤੇ ਆ ਗਿਆ। ਐਂਡ ਰਾਤ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਇੱਕ ਨਵਾਂ ਫਰਮਾਨ ਜਾਰੀ ਕੀਤਾ, ਆਡ ਐਂਡ ਈਵਨ ਕਹਿੰਦੇ ਵਿਡਰਾ ਕਰਦੇ ਹਾਂ ਅਸੀਂ। ਬੜਾ ਮਾੜਾ ਗੱਲ ਆ। ਤੁਹਾਨੂੰ, ਮੈਨੂੰ, ਸਾਰੇ ਲੋਕਾਂ ਨੂੰ ਆਪਣੀ ਸਿਹਤ ਸੰਬੰਧੀ ਜਾਗਰੂਕਤਾ ਹੋ ਚੁੱਕੀ ਆ। ਇਹ ਹੁਣ ਜਿਹੜੀ ਨੌਟੰਕੀ ਤੇ ਡਰਾਮੇਬਾਜ਼ੀ ਆ ਨਾ, ਇਹ ਸਿਰਫ ਤੇ ਸਿਰਫ ਆਪਣੀਆਂ ਨਾਕਾਮੀਆਂ ਛਪਾਉਣ ਵਾਸਤੇ, ਕਿ ਲੋਕਾਂ ਦਾ ਧਿਆਨ ਲੁੱਟ ਮਾਫੀ ਵਾਲੇ ਪਾਸੇ ਨਾ ਜਾਵੇ। ਇਹਨਾਂ ਨੂੰ ਢੰਗ ਤਰੀਕੇ ਦੇ ਨਾਲ ਕਰੋਨਾ ਦਾ ਰੌਲਾ ਪਾ ਕੇ ਇਹਨਾਂ ਨੂੰ ਡਰ ਤੇ ਸਹਿਮ। ਮੇਰੀ ਸਾਰੇ ਲੋਕਾਂ ਨੂੰ ਅਪੀਲ ਹੈ, ਕਰੋਨਾ ਕੁਛ ਨਹੀਂ ਹੈਗਾ, ਗਵਾਰ ਲਿਆ। ਤੁਸੀਂ ਦਿਨ 'ਚ 2 ਵਾਰੀ ਭਾਫ ਲੈ ਲਓ, ਚਾਹ ਦੀ ਜਗ੍ਹਾ 3-4 ਵਾਰੀ ਕਾੜਾ ਪੀ ਲਓ, ਨਥਿੰਗ, ਕੁਛ ਨਹੀਂ ਹੈਗਾ। ਤੁਸੀਂ ਨਾ ਜਾਓ ਹਸਪੀਟਲਾਂ ਦੇ ਵਿੱਚ, ਤੁਸੀਂ ਨਾ ਜਾਓ ਕੁਆਰੰਟਾਈਨ ਸੈਂਟਰਾਂ ਦੇ ਵਿੱਚ, ਉਹ ਮੌਤ ਦਾ ਅੱਡਾ ਬਣੇ ਹੋਏ ਆ। ਆਪਣੇ ਘਰ ਦੇ ਵਿੱਚ ਰਹਿ ਕੇ ਤੁਸੀਂ ਕੱਲਵਾਸ ਕੀ ਆ, ਕਮਰੇ ਦੇ ਵਿੱਚ ਤੁਸੀਂ 5 ਦਿਨ ਇਕੱਲੇ ਰਹਿ ਲਏ, ਕੋਈ ਫਰਕ ਨਹੀਂ ਪੈਂਦਾ। ਦਿਨ 'ਚ 2-3 ਵਾਰੀ ਭਾਫ ਲੈ ਲਈ, ਕੀ ਗੱਲਾਂ 'ਚੋਂ ਗੱਲ ਹੈਗੀ ਹੈ। ਚਾਹ ਦੀ ਜਗ੍ਹਾ ਤੁਸੀਂ ਕਾੜਾ ਪੀ ਲਿਆ। ਅੱਜ ਸਾਡੇ ਦੇਸ਼ ਦੀ ਆਯੁਰਵੈਦਿਕ ਪ੍ਰਣਾਲੀ ਪੂਰੀ ਦੁਨੀਆ ਨੇ ਅਡਾਪਟ ਕੀਤੀ ਹੈ, ਸਾਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ। ਐਂਡ ਸਾਡੀਆਂ ਸਰਕਾਰਾਂ ਆਯੁਰਵੈਦਿਕ ਪ੍ਰਣਾਲੀ ਦਾ ਕਿੰਨਾ ਕੁ ਪ੍ਰਚਾਰ ਕਰਦੀਆਂ ਨੇ? ਕੁਛ ਵੀ ਨਹੀਂ ਹੈਗਾ ਉਹਦੇ ਤੇ। ਸੋ ਇਹ ਕਰੋਨਾ ਰਾਜਨੀਤਿਕ ਭੂਤ ਖੜਾ ਕੀਤਾ ਹੈ। ਤੁਹਾਡੇ ਵੀ ਧਰਨੇ ਵਜਾਏ ਸਾਰੇ ਬੰਦ ਕੀਤੇ। ਮੈਂ ਹੀ ਕਹਿੰਦਾ ਨਾ ਕਿ ਯੈਸ, ਉਹਨਾਂ ਨੇ ਜਿਹੜੀ ਆਪੋਜੀਸ਼ਨ ਹੈਗੀ ਆ, ਜਿਹੜੀ ਸ਼ੈਡੋ ਆਫ ਗਵਰਨਮੈਂਟ ਆ, ਉਹਨੇ ਗਵਰਨਮੈਂਟ ਦੀਆਂ ਨਾਕਾਮੀਆਂ ਦਾ ਪ੍ਰਤੀਬਿੰਬ ਖੜਾ ਕਰਨਾ ਹੁੰਦਾ। ਆਪੋਜੀਸ਼ਨ ਦੀ ਆਵਾਜ਼ ਬੰਦ ਕਰਨ ਲਈ ਵੀ ਉਹ ਕਰੋਨਾ ਹੈਗਾ ਉਹਨਾਂ ਕੋਲੇ।
ਸਰ ਦਫਾ 144 ਲੱਗਣ ਦੇ ਬਾਵਜੂਦ ਵੀ ਚੜਿੱਕ ਪਿੰਡ ਦੇ ਵਿੱਚ ਰਾਤ 8 ਵਜੇ ਤੋਂ ਲੈ ਕੇ ਸਵੇਰ 3 ਵਜੇ ਤੱਕ ਡੀਜੇ ਚੱਲਿਆ। ਉਹਨਾਂ ਨੇ ਮੁੰਡਿਆਂ ਨੂੰ ਕੁੱਟਮਾਰ ਕਰਕੇ ਥਾਣੇ ਦੇ ਵਿੱਚ ਜੋ ਕਿ ਆਰਜੀ ਥਾਣਾ ਪਿੰਡ ਚੜਿੱਕ ਵਿਖੇ ਬਣਿਆ ਹੋਇਆ ਹੈ, ਉੱਥੇ ਦੇ ਕੇ ਆਂਦਾ ਤੇ ਕੱਲ ਪਰਚਾ ਦਰਜ ਹੋਇਆ। ਉਸ ਦੀ ਸਰ ਕਾਪੀ ਆਈ ਹੈ ਸਾਡੇ ਕੋਲੇ। ਪੁਲਿਸ ਮੁੱਕਰ ਰਹੀ ਹੈ ਕਿ ਮੁੰਡਾ ਸਾਡੇ ਕੋਲੇ ਹੈ ਹੀ ਨਹੀਂ, ਹਾਲਾਂਕਿ 29 ਤਰੀਕ ਤੋਂ ਬਾਅਦ ਉੱਥੇ ਥਾਣੇ। ਉਸ ਬਾਰੇ ਕੀ ਕਹੋਗੇ ਤੁਸੀਂ? ਹੁਣ ਸਾਰੀ ਰਾਤ ਡੀਜੇ ਚੱਲਣਾ ਅੰਡਰਸਟੂਡ ਹੈ ਵੀ ਉਹ ਕਾਂਗਰਸ ਵਾਲਿਆਂ ਦੇ ਘਰੇ ਵੱਜਦਾ ਹੋਊਗਾ। ਜੀ ਸਰ। ਕੌਣ ਕਵੇ ਰਾਣੀਆਂ ਅੱਗਾ ਢੱਕ। ਇਹ ਪੰਜਾਬ ਦੇ ਅੰਦਰ ਨੇਰਗਰਦੀ ਆ। ਪੰਜਾਬ ਦੇ ਅੰਦਰ ਤਾਂ ਉਹ ਕਹਾਵਤ ਹੋ ਗਈ ਵੀ ਜਿਹਦੀ ਡਾਂਗ ਆ ਤੇ ਉਹਦੀ ਮੱਝ ਆ। 10 ਸਾਲ ਬਾਦਲਾਂ ਕੋਲੇ ਡਾਂਗ ਰਹੀ ਤੇ ਉਹ ਮੱਝ ਹੱਕਦੇ ਰਹੇ, ਤੇ ਹੁਣ 4 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸੀਆਂ ਕੋਲੇ ਡਾਂਗ ਹੈਗੀ। ਕੋਈ ਸਰਕਾਰ ਨਾਮ ਦੀ ਚੀਜ਼ ਹੈ ਪੰਜਾਬ ਦੇ ਵਿੱਚ? ਫੇਲ ਹੋ ਗਿਆ ਸਰਕਾਰੀ ਤੰਤਰ। ਇੱਕ ਵੈਸਾ ਗੱਲ ਹੋਰ ਹੈ ਕਿ ਉਹ ਕਹਿੰਦੇ ਵੀ 7 ਵਜੇ ਤੋਂ ਲੈ ਕੇ ਸ਼ਾਮ ਨੂੰ ਸਵੇਰੇ 5 ਵਜੇ ਤੱਕ ਕਰਫਿਊ ਹੈ। ਇਹ ਕਰੋਨਾ ਨਾਲ, ਮੈਂ ਗੱਲ ਦੱਸ, ਹਾਂਜੀ 7 ਵਜੇ ਤੋਂ ਲੈ ਕੇ 5 ਵਜੇ ਤੱਕ ਕਰਫਿਊ ਹੈ। ਕਰਫਿਊ ਦਾ ਮਤਲਬ ਇਹ ਹੁੰਦਾ ਕਿ ਜਦੋਂ 7 ਵਜੇ ਕੰਮ ਸਟਾਰਟ ਹੋ ਗਿਆ ਤਾਂ ਕੋਈ ਬੰਦਾ ਘਰੋਂ ਬਾਹਰ ਨਹੀਂ ਨਿਕਲੂਗਾ। ਜੀ ਜੀ। ਹੋਇਆ ਕਿ ਕੋਈ ਡੈਰੀ 8 ਵਜੇ ਤੱਕ ਖੁੱਲਣਗੇ, ਠੇਕੇ ਖੁੱਲਣਗੇ, ਸਾਰੀ ਰਾਤ ਮੋਰੀ ਖੁੱਲੀ ਰਹੂਗੀ। ਹੁਣ ਮੈਂ ਸਪੀਕਰ ਸਾਹਿਬ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਇਹੀ ਸਵਾਲ ਕੀਤਾ, ਸਪੀਕਰ ਸਾਹਿਬ ਤੁਸੀਂ ਪ੍ਰੈਸ ਰਿਪੋਰਟਰਾਂ ਦੇ ਟੈਸਟ ਕਰਾ ਲਏ, ਤੁਸੀਂ ਪਹਿਲਾਂ ਇਹ ਕਹਿਤਾ ਵੀ ਜਿਹੜੇ 70 ਦੇ ਕਰੀਬ ਟੈਸਟ ਨੈਗੇਟਿਵ ਆ ਉਹ ਅੰਦਰ ਪ੍ਰੈਸ ਗੈਲਰੀ 'ਚ ਆਉਣਗੇ, ਮੌਕੇ ਤੇ ਆ ਕੇ ਤੁਸੀਂ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ। ਨੈਗੇਟਿਵ ਰਿਪੋਰਟ ਆਏ ਪੱਤਰਕਾਰਾਂ ਨੂੰ ਅੰਦਰ ਨਹੀਂ ਵੜਨ ਦਿੱਤਾ। ਫਿਰ ਸੰਡੇ ਤੇ ਸੈਟਰਡੇ, ਫਿਰ 5 ਵਜੇ ਤੋਂ ਲੈ ਕੇ 7 ਵਜੇ ਤੱਕ। ਕੀ ਤੁਹਾਡੀ ਕਰੋਨਾ ਨਾਲ ਕੋਈ ਸੰਧੀ ਹੋਈ ਹੈ ਵੀ ਭਾਈ ਦਿਨੇ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, 5 ਵਜਦਿਆਂ ਨੂੰ ਮੈਂ ਚਿੰਬੜ ਜਾਣਾ ਜਿਹੜਾ ਬਾਹਰ ਨਿਕਲਿਆ, ਜਾਂ ਜੇ ਪੱਤਰਕਾਰ ਅੰਦਰ ਵਿਧਾਨ ਸਭਾ 'ਚ ਆ ਗਏ ਤਾਂ ਮੈਂ ਸਾਰਿਆਂ ਨੂੰ ਚਿੰਬੜੂੰਗਾ। ਸੋ ਇਹ ਕਰੋਨਾ ਦੇ ਨਾਮ ਦੇ ਉੱਤੇ ਭੱਦੀ ਰਾਜਨੀਤੀ ਹੋ ਰਹੀ ਹੈ। ਜਿਹੜਾ 10 ਲੱਖ ਦੀ ਗੱਲ ਤੁਹਾਡੇ ਧਿਆਨ 'ਚ ਹੋਰ ਲਿਆ ਦੀ ਹੈ, ਜਿਹੜੀ ਇਹ ਕਹਿੰਦੇ ਜੇ ਕਰੋਨਾ ਨਾਲ ਪੱਤਰਕਾਰ ਦੀ ਮੌਤ ਹੋ ਜੇ ਤੇ 10 ਲੱਖ ਰੁਪਏ ਸਰਕਾਰ ਦੇਊਗੀ। ਉਹ ਕੁਝ ਲੋਕ ਹੀ ਹੋਣੇ ਉਹਦੇ ਵਿੱਚ। ਇਹ ਸਿਰਫ ਇਹਨਾਂ ਦੀ ਇਹਨਾਂ ਦੀ ਨੌਟੰਕੀਬਾਜ਼ੀ ਆ। ਕੈਪਟਨ ਅਮਰਿੰਦਰ ਸਿੰਘ ਨੇ 6 ਮਹੀਨਿਆਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ 200 ਤੋਂ ਵੱਧ ਮੌਤਾਂ ਹੋਈਆਂ। ਮਾਝੇ ਦੀ ਧਰਤੀ ਅੰਮ੍ਰਿਤਸਰ ਤਰਨਤਾਰਨ ਗਏ, ਉੱਥੇ ਅਨਾਉਂਸਮੈਂਟ ਕਰਕੇ ਇੱਕ ਸਰਕਾਰੀ ਨੌਕਰੀ। ਆਪਾਂ ਸਾਰਿਆਂ ਨੇ ਅਖਬਾਰਾਂ 'ਚ ਪੜ੍ਹੀ ਗੱਲ। 2 ਦਿਨ ਬਾਅਦ ਸਿਰਫ 2 ਦਿਨ ਬਾਅਦ ਮੁੱਕਰ ਗਏ। ਉਹ ਕਹਿੰਦੇ ਸਰਕਾਰੀ ਨਹੀਂ, ਮੈਂ ਤਾਂ ਕਿਹਾ ਸੀ ਕਿਸੇ ਪ੍ਰਾਈਵੇਟ ਕੰਪਨੀ 'ਚ ਤੁਹਾਨੂੰ ਨੌਕਰੀ। ਅਫਸੋਸ ਹੈ ਯਾਰ, ਮੁੱਖ